ਸਾਹਿਬ ਜੀਓ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਬੇਸ਼ੁਮਾਰ ਅਥਾਹ ਅਗੰਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲਾ ਗੁਣ ਵਿਹੂਣ, ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤਿਗੁਰ ਕੇਰਾ। ਜੇ ਭੁੱਲੀ ਜੇ ਚੁੱਕੀ ਸਾਈਂ, ਪੀਤ ਹਿੰਜੀ ਕਾਂਡੀਆ। ਜਿਨਾ ਨੇਹ ਦੁਜਾਣੇ ਲੱਗਾ, ਝੂਰ ਮਰੋ ਸੇ ਭਾਂਡੀਆ। ਹਉ ਨਾ ਛੋਡੋ ਕੰਤ ਪਾਸੁਰਾ, ਸਦਾ ਰੰਗੀਲਾ ਲਾਲ ਪਿਆਰਾ। ਇਹੋ ਮਹਿੰਜਾ ਵਾਸੁਰਾ, ਹਉ ਨਾ ਛੋਡੋ ਕੰਤ ਪਾਸੁਰਾ, ਸਦਾ ਰੰਗੀਲਾ ਲਾਲ ਪਿਆਰਾ। ਇਹੋ ਮਹਿੰਜਾ
आसुरा। सुकहो टल गुर सेवियै, अहनिस सहज सुभाए। दर्शन परसै गुरु कै, जन्म मरण दुख जाए। होवै सिफत खसम दी, नूर अरसो कुरसों चटियै। तुद डिठे सच्चे पातशाह, मल जन्म जन्म दी कटियै। तुद डिठे सच्चे पातशाह, मल जन्म जन्म दी कटियै। धन वाहिगुरु साहिब जीओ, जिन गढ़ कोट किए कंचन के। छोड़ गया सो रावण, काहे ना कीजत है मन भावन। जब जम आए केश ते पकड़ै, हर को नाम छुड़ावन। जिन गढ़ कोट किए कंचन के। छोड़ गया सो रावण, काहे ना काहे कीजत है मन भावन। जब जम आए केश ते पकड़ै, हर को नाम चढ़ावन। रहाओ काल अकाल खसम का कीना। एह परपंच बंधावन। कह कबीर ते अंते मुक्ते। जिन हृदय राम रसायन। काल अकाल खसम का कीना। एह परपंच बधावन। कह कबीर ते अंते मुक्ते। जिन हृदय राम रसायन। वाहिगुरु जी का खालसा, वाहिगुरु जी की फतेह। परम सन्मानयोग जुग हो जुग अटल,
ਰਹਿਮਤਾਂ ਦੇ ਸਾਗਰ ਸਦੀਵੀ ਕਾਲ ਵਾਸਤੇ ਰਹਿਣ ਵਾਲੇ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਪਵਿੱਤਰ ਪਾਵਨ ਅੰਮ੍ਰਿਤ ਵੇਲੇ ਦੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰ ਵਾਲੇ ਸਤ ਸੰਗੀ ਜਨੋ, ਗੁਰੂ ਕੀ ਅਪਾਰ ਕਿਰਪਾ ਹੋਈ ਹੈ ਤਾਂ ਜੋ ਸਾਨੂੰ ਸਭਨਾਂ ਨੂੰ ਰਲ ਮਿਲ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਗੁਰੂ ਕੇ ਪਾਵਨ ਪਵਿੱਤਰ ਮੁਕਤੀਦਾਇਕ ਅੰਮ੍ਰਿਤ ਗੁਰਬਚਨ ਸ਼ਰਵਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਿੱਥੇ ਆਪ ਗੁਰੂ ਸਵਾਰਿਆਂ ਪਾਸੋਂ ਕੀਰਤਨ ਰੂਪ ਦੇ ਰਾਹੀਂ ਗੁਰੂ ਕੇ ਅੰਮ੍ਰਿਤ ਬਚਨ ਸ਼ਰਵਨ ਕਰ ਰਹੇ ਸੀ, ਉੱਥੇ ਹੀ ਇਸ ਪਵਿੱਤਰ ਪਾਵਨ ਗੁਰੂ ਅਸਥਾਨ ਤੇ ਚੱਲ ਰਹੀ ਗੁਰੂ ਕੀ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਵਿਚਾਰ ਔਰ ਵਿਚਾਰ ਅਧੀਨ ਮਾਰੂ ਰਾਗ ਦੇ ਅੰਦਰੋਂ ਭਗਤ ਕਬੀਰ ਸਾਹਿਬ ਜੀ ਹੋਰਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ 6 ਨੰਬਰ ਜੋ ਬਚਨ ਹੈ ਬਾਬਾ ਕਬੀਰ ਸਾਹਿਬ ਜੀ ਦਾ ਪਾਠ ਰੂਪ ਦੇ ਰਾਹੀਂ ਸ਼ਰਵਨ ਕੀਤਾ ਹੈ। ਵਿਚਾਰ ਅਧੀਨ ਇਸ ਬਚਨ ਦੇ ਰਾਹੀਂ ਬਾਬਾ ਕਬੀਰ ਸਾਹਿਬ ਮਹਾਰਾਜ ਸਾਨੂੰ ਵਕਤ ਦੇ ਉਹਨਾਂ ਸਮਰਾਟ ਰਾਜਿਆਂ ਦੀ ਦਲੀਲ ਦੇ ਕੇ ਭਈ ਜਿਨ੍ਹਾਂ ਨੇ ਕਹਿੰਦੇ ਵੀ ਆਪਣੇ ਰੈਣ ਬਸੇਰੇ ਵਾਸਤੇ ਮਹੱਲ ਵੀ ਸੋਇਨੇ ਦੇ ਬਣਾਏ ਹੋਏ ਸਨ, ਕੱਲੇ ਮਹੱਲ ਨਹੀਂ, ਜਿਹਦੇ ਮੁਤਲਕ ਇਹ ਵੀ ਸੁਣੀਦਾ ਵੀ ਉਹਦੇ ਕਿਲੇ ਵੀ ਸੋਨੇ ਦੇ ਸਨ। ਹਜ਼ੂਰ ਨੇ ਬਾਬਾ ਕਬੀਰ ਸਾਹਿਬ ਨੇ ਬਖਸ਼ਿਸ਼ ਕੀਤੀ ਵੀ ਜੇ ਉਹ ਛੱਡ ਕੇ ਚਲੇ ਗਿਆ ਤੇ ਅਸੀਂ ਜੇ ਅਮੀਰੀ ਦੇ ਪੱਖੋਂ ਧਨ ਦੌਲਤ ਜਮ੍ਹਾਂ ਕਰਕੇ ਔਰ ਉਹਦੇ ਨਾਲ ਬੜੇ ਬੜੇ ਉੱਚੇ ਬੜੇ ਬੜੇ ਲੰਬੇ ਚੌੜੇ ਮਹੱਲ ਅਸੀਂ ਉਸਾਰ ਲਈਏ ਤਾਂ ਬਾਬਾ ਕਬੀਰ ਸਾਹਿਬ ਕਹਿੰਦੇ ਵੀ ਫਿਰ ਵੀ ਅਸੀਂ ਰਾਵਣ ਦਾ ਮੁਕਾਬਲਾ ਤਾਂ ਨਹੀਂ ਕਰ ਸਕਦੇ, ਅਮੀਰੀ ਦੇ ਮੁਕਾਬਲੇ ਵਿੱਚ ਧਨ ਦੌਲਤ ਖਰਚ ਕੇ ਮਹੱਲ ਉਸਾਰਨ ਵਿੱਚ, ਪਰ ਰਾਵਣ ਤੋਂ ਇੱਕ ਸੁਨੇਹਾ ਜ਼ਰੂਰ ਲੈ ਸਕਦੇ ਹਾਂ ਵੀ ਜੇ ਉਹ ਛੱਡ ਗਿਆ ਤੇ ਛੱਡ ਸਾਨੂੰ ਵੀ ਇੱਥੇ ਸਭ ਕੁਝ ਧਰਿਆ ਧਰਾਇਆ ਰਹਿ ਜਾਣਾ ਹੈ। ਅਸੀਂ ਵੀ ਇੱਥੋਂ ਛੱਡ ਕੇ ਜਿਵੇਂ ਇੱਕ ਜੁਆਰੀ ਜੂਏ ਦੀ ਬਾਜੀ ਨੂੰ ਹਾਰ ਕੇ ਤੇ ਹੱਥ ਝਾੜ ਕੇ ਤੁਰਦਾ ਬੰਦਾ ਹੈ,
ਹੂਬਹੂ ਅਸੀਂ ਵੀ ਇਸੇ ਤਰ੍ਹਾਂ ਇਸ ਦੁਨੀਆ ਵਿੱਚੋਂ ਚੱਲਦੇ ਬਣਨਾ ਹੈ। ਫਿਰ ਭਗਤ ਕਬੀਰ ਸਾਹਿਬ ਕਹਿੰਦੇ ਨੇ ਬਈ ਜੇ ਤੂੰ ਹੰਬਲਾ ਮਾਰੇ ਉਦਮ ਉਪਰਾਲਾ ਕਰੇ, ਇਹ ਕੁਝ ਤਾਂ ਨਾਲ ਨਹੀਂ ਜਾਣਾ ਜੋ ਕੁਝ ਤੂੰ ਬੰਨਣ ਦਾ ਆਰ ਪਾਰ ਕਰ ਰਿਹਾ ਹੈ, ਪਰ ਇੱਕ ਵਸਤ ਹੈ ਜਿਹੜੀ ਨਾਲ ਜਾਣ ਵਾਲੀ ਹੈ, ਤੋੜ ਨਿਭੇਗੀ। ਉਹ ਹੈ ਵਾਹਿਗੁਰੂ ਪ੍ਰਮਾਤਮਾ ਦਾ ਨਾਮ। ਉਹਨੂੰ ਤਕੜਾ ਹੋ ਕੇ ਸੰਭਾਲ ਸਕਦਾ ਹੈ ਤੇ ਸਾਂਭ। ਪਰਮਾਤਮਾ ਦੇ ਨਾਮ ਤੇਰੀ ਆਤਮਾ ਦੇ ਲਈ ਮਦਦਗਾਰ ਹੋਏਗਾ। ਰਹਾਉ ਵਾਲੀਆਂ ਪਾਵਨ ਪਵਿੱਤਰ ਪੰਕਤੀਆਂ ਨੇ ਬਾਬਾ ਕਬੀਰ ਸਾਹਿਬ ਜੀ ਹੋਰਾਂ ਦੀਆਂ। ਕਹਿੰਦੇ ਨੇ ਕਾਹੇ ਕੀਜਤ ਹੈ ਮਨ ਭਾਵਨ, ਜਬ ਜਮ ਆਏ ਕੇਸ਼ ਤੇ ਪਕੜੈ ਤਾਂ ਹਰ ਕੋ ਨਾਮ ਛਡਾਵਨ। ਜਮ ਦਾ ਅਰਥ ਸਤਿਕਾਰਯੋਗ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਰਾਂ ਨੇ ਮੌਤ ਕੀਤਾ। ਮੌਤ, ਜਦੋਂ ਮੌਤ ਨੇ ਸਾਨੂੰ ਆ ਕੇ ਪਕੜਨਾ ਹੈ ਤੇ ਉਸ ਵਕਤ ਸਾਡੇ ਨੇੜ ਦੇ ਜਿੰਨੇ ਵੀ ਰਿਸ਼ਤੇ ਨੇ ਉਹਦੇ ਮੁਤਲਕ ਤਾਂ ਬਾਬਾ ਜੀ ਦੀ ਬਾਣੀ ਪੁਸ਼ਟੀ ਕਰਦੀ ਏ ਵੀ ਉਹ ਛੁਡਵਾ ਨਹੀਂ ਸਕਣਗੇ, ਬਲਕਿ ਸਾਨੂੰ ਪਕੜ ਕੇ ਲਿਜਾਂਦੀ ਹੋਈ ਮੌਤ ਦੇ ਸਾਹਮਣੇ ਹਾਰ ਕੇ ਉਹ ਰੋਂਦੇ ਜ਼ਰੂਰ ਨਜ਼ਰ ਆਉਣਗੇ। ਬਾਣੀ 'ਚ ਬਚਨ ਪੜ੍ਹਦੇ ਆ ਭਈ ਮਾਂ ਵਿਚਾਰੀ ਵੀ ਘਰ ਦੀ ਦਹਲੀਜ਼ ਤੱਕ ਤੇ ਉਹ ਦਹਲੀਜ਼ ਦੇ ਉੱਪਰ ਬਹਿ ਕੇ ਜਾਂਦੀ ਹੋਈ ਪੁੱਤ ਦੀ ਅਰਥੀ ਨੂੰ ਵੇਖ ਕੇ ਰੋ ਸਕਦੀ ਹੈ। ਇਹਦੋਂ ਵੱਧ ਹੋਰ ਉਹ ਕੁਝ ਨਹੀਂ ਕਰ ਸਕਦੀ ਵੀ ਮੈਂ ਆਪਣੇ ਪੁੱਤ ਦੀ ਅਰਥੀ ਨੂੰ ਰੋਕ ਕੇ ਮੌਤ ਕੋਲੋਂ ਆਪਣੇ ਪੁੱਤਰ ਦੀ ਆਤਮਾ ਨੂੰ ਛੁਡਾ ਲਵਾਂ, ਨਹੀਂ। ਔਰ ਬਚਨ ਹੈ ਦੇਹੁਰੀ ਬੈਠੀ ਮਾਤਾ ਰੋਵੇ, ਖਟਿਆ ਲੈ ਗਏ ਭਾਈ। ਔਰ ਅੱਜ ਬਾਬਾ ਕਬੀਰ ਸਾਹਿਬ ਕਹਿੰਦੇ ਵੀ ਜਿੱਥੇ ਮਾਂ ਪਿਤਾ ਭੈਣ ਭਰਾ ਹੋਰ ਸਾਡੇ ਇਰਦ ਗਿਰਦ ਸੱਜੇ ਖੱਬੇ ਨਜ਼ਦੀਕੀ ਰਿਸ਼ਤੇ ਨਹੀਂ ਛੁਡਵਾ ਸਕਦੇ, ਤਾਂ ਹਰ ਕੋ ਨਾਮ ਛਡਾਵਨ। ਉੱਥੇ ਹਰੀ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਸਾਡਾ ਮਦਦਗਾਰ ਹੈ, ਸਾਡਾ ਸਾਥੀ ਹੈ, ਸਾਡੀ ਆਤਮਾ ਦਾ ਉਹ ਸਹਾਈ ਹੋਏਗਾ। ਇਸੇ ਕਾਰਨ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਦੇ ਪਾਠ ਦਰਸ਼ਨ ਦੀਦਾਰ ਕਰੀਏ ਔਰ ਗੁਰਬਾਣੀ ਸਾਨੂੰ ਸੁਨੇਹਾ ਬਖਸ਼ਦੀ ਹੈ ਕਿ ਐ ਬੰਦੇ ਤੂੰ ਪਹਿਲੀ ਗੱਲ ਜਿਹੜਾ ਮਦਦਗਾਰ ਨਹੀਂ ਬਣਨ ਵਾਲਾ ਉਹਦੇ ਤੋਂ ਮਦਦ ਦੀ ਆਸ ਰੱਖੀ ਹੈ, ਤੇ ਜਿਸ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੇ ਮਦਦਗਾਰ ਸਹਾਈ ਹੋਣਾ ਸੀ ਉਹਨੂੰ ਤੁੱਕਾ ਮਨੋਂ ਹੀ ਵਿਸਾਰ ਦਿੱਤਾ ਹੈ। ਖੇਡ ਉਲਟੀ ਹੋ ਗਈ। ਜਿਸ ਵਾਹਿਗੁਰੂ ਦੇ ਨਾਮ ਨੇ ਮਦਦ ਕਰਨੀ ਸੀ ਉਹਨੂੰ ਦਿਲੋਂ ਵਿਸਾਰ ਦਿੱਤਾ, ਤੇ ਜਿਹੜੀਆਂ ਵਸਤਾਂ ਕੇਵਲ ਗੁਜ਼ਾਰੇ ਵਾਸਤੇ ਸਨ, ਅਸੀਂ ਸੋਚਿਆ ਵੀ ਸ਼ਾਇਦ ਇਹ ਸੱਚੀ ਮੁੱਚੀ ਮੇਰੀ ਆਤਮਾ ਦੇ ਮਦਦਗਾਰ ਹੋਣਗੀਆਂ। ਪੜ੍ਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਗੁਰਬਾਣੀ ਔਰ ਸਾਡੇ ਸਾਹਮਣੇ ਅੰਮ੍ਰਿਤ ਬਾਣੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪੁਸ਼ਟੀ ਕਰਦੇ ਨੇ ਵੀ ਬੰਦਿਆ ਤੂੰ ਉਹਨਾਂ ਦੇ ਮੁਕਾਬਲੇ ਕੁਛ ਵੀ ਨਹੀਂ। ਜੇ ਉਹ ਸਭ ਕੁਝ ਛੱਡ ਕੇ ਚਲੇ ਗਏ ਨੇ ਤੇ ਆਪਣੇ ਹੋਸ਼ ਹਵਾਸ਼ ਕਾਇਮ ਕਰ, ਤੂੰ ਕਾਇਮ ਨਹੀਂ ਹੈ।
ਭੁੱਲਿਆ ਹੋਇਆ ਹੈ। ਕਾਇਮ ਕਰ, ਕਿਉਂਕਿ ਤੈਨੂੰ ਇਸ ਗੱਲ ਦਾ ਤਾਂ ਗਿਆਨ ਹੈ ਨਾ, ਪਤਾ ਹੈ ਨਾ ਬਈ ਰਾਮ ਜੀ ਵਰਗੇ ਚਲੇ ਗਏ ਜਿਹੜੇ ਵਕਤ ਦੇ ਤੌਰ ਤੇ ਲੋਕਾਂ ਨੇ ਉਹਨੂੰ ਪਰਮਾਤਮਾ ਜਾਣ ਪੂਜਿਆ। ਭਾਵੇਂ ਉਹ ਇੱਕ ਰਾਜੇ ਦੇ ਸੁਪੁੱਤਰ ਸਨ, ਰਾਜਾ ਸ਼ਾਹੀ ਘਰਾਣੇ ਨਾਲ ਉਹਨਾਂ ਦਾ ਸੰਬੰਧ ਤਲੁਕ ਸੀ। ਲੋਕਾਂ ਇੰਨਾ ਮਾਣ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੇ ਉਹ ਚਲੇ ਗਏ, ਉਹਨਾਂ ਦੇ ਮੁਕਾਬਲੇ ਤੇ ਰਾਵਣ ਦੋਨੇ ਹੀ ਆਪਣੇ ਵਕਤ ਦੇ ਮੰਨੇ ਪ੍ਰਮੰਨੇ, ਤੁਸੀਂ ਬਾਦਸ਼ਾਹ ਕਹਿ ਲਓ, ਰਾਜਾ ਕਹਿ ਲਓ। ਤੋ ਅਕਸਰ ਜਿੱਥੇ ਰਾਮ ਜੀ ਉਹਨਾਂ ਦੇ ਨਾਲ, ਰਾਵਣ ਦਾ ਵੀ ਜ਼ਿਕਰ ਆਏਗਾ ਵੀ ਜਿਹੜਾ ਧਨ ਦੌਲਤ ਤੇ ਆਪਣੀ ਅਮੀਰੀ ਕਰਕੇ ਜੇ ਉਹਨਾਂ ਦੇ ਸਮਿਆਂ ਦੇ ਮੁਤਾਬਕ ਸੱਜੇ ਖੱਬੇ ਅੱਗੇ ਪਿੱਛੇ ਧਿਆਨ ਮਾਰੀਏ ਤੇ ਵਕਤੀ ਤੌਰ ਤੇ ਜਿਹੜੇ ਰਾਵਣ ਦੇ ਵਕਤ ਦੇ ਰਾਜੇ ਸੀ, ਉਹ ਵੀ ਰਾਵਣ ਦੇ ਧਨ ਦੌਲਤ ਕਰਕੇ, ਉਹਦੀ ਅਮੀਰੀ ਕਰਕੇ ਉਹਦੇ ਨੇੜੇ ਨਹੀਂ ਸੀ ਫਟਕ ਸਕਦੇ, ਉਹ ਵੀ ਬੜੇ ਦੂਰ ਸੀ। ਕਿਉਂ? ਜਿਹਦੇ ਕਿਲੇ, ਜਿਹਦੇ ਮਹੱਲ ਸੋਨੇ ਦੇ ਹੋਣ, ਉਹਦਾ ਮੁਕਾਬਲਾ ਦੂਸਰਾ ਰਾਜਾ ਕਿਵੇਂ ਕਰ ਸਕਦਾ ਹੈ? ਤੋ ਸਤਿਗੁਰੂ ਬਾਣੀ ਵਿੱਚ ਉਪਦੇਸ਼ ਬਖਸ਼ਦੇ ਨੇ ਵੀ ਭੋਲਿਆ, ਰਾਮ ਗਇਓ ਰਾਵਣ ਗਇਓ, ਚਲੇ ਗਏ ਨਾ। ਜਾਕੋ ਬਹੁ ਪਰਿਵਾਰ, ਇੱਥੇ ਮੈਂ ਇੱਕ ਖਿਨਾਫ ਸੰਗਤ ਦੇ ਸਮਕਸ਼ ਅਰਜ਼ ਕਰਨੀ ਹੈ। ਪਿੱਛੇ ਕੁਝ ਸਮਾਂ ਹੋਇਆ ਸੀ, ਸਮੁੰਦਰ ਦੇ ਵਿੱਚ ਜਦੋਂ ਕਹਿੰਦੇ ਵੀ ਸ਼੍ਰੀ ਰਾਮ ਚੰਦਰ ਜੀ ਲੰਕਾ ਨੂੰ ਫਤਿਹ ਕਰਨ ਗਏ ਤੇ ਹਨੂਮਾਨ ਦੇ ਜਿਹੜੇ ਸ਼ਰੀਕੇ ਬਰਾਦਰੀ ਦੇ ਭਰਾਤਾ ਸਨ, ਉਹਨਾਂ ਦੀ ਮਦਦ ਨਾਲ ਇੱਕ ਰਾਮ ਸੇਤੂ ਪੁਲ ਜੋ ਮਿੱਥ ਹੈ ਬਈ ਉਹ ਹਿੰਦੁਸਤਾਨ ਤੋਂ ਸ਼੍ਰੀ ਲੰਕਾ ਨੂੰ ਜੋੜਿਆ ਗਿਆ। ਪਿੱਛੇ ਜੇ ਬੜਾ ਸੈਂਟਰ ਗੌਰਮੈਂਟ ਦੇ ਸਾਹਮਣੇ ਉਹ ਮੁੱਦਾ ਮੀਡੀਆ ਵਿੱਚ ਉਛਲਿਆ ਸੀ। ਉਸ ਮੁੱਦੇ ਤੇ ਸਨਾਤਨ ਮਤ ਵਾਲੇ ਵੀਰਾਂ ਨੇ ਇਕੱਠ ਕਰਕੇ ਰੋਸ ਕੀਤਾ ਵਕਤ ਦੀ ਗੌਰਮੈਂਟ ਦੇ ਸਾਹਮਣੇ ਵੀ ਅਸੀਂ ਰਾਮ ਸੇਤੂ ਦਾ ਜਿਹੜਾ ਪੁਲ ਹੈ, ਮੁੱਦਾ ਹੈ, ਪੁਲ ਹੈ, ਗੌਰਮੈਂਟ ਤੋੜਨਾ ਚਾਹੁੰਦੀ ਸੀ। ਤੋੜਨਾ ਵੀ ਕੀ ਭਈ ਉਹਦੇ ਵਿੱਚੋਂ ਮਸ਼ੀਨਾਂ ਦੇ ਨਾਲ, ਕਰੇਨਾਂ ਦੇ ਨਾਲ ਥੋੜ੍ਹਾ ਜਿਹਾ ਡੂੰਘਾ ਉਹਨੂੰ ਖੋਦਣਾ ਸੀ ਤਾਂ ਜੋ ਇੱਥੋਂ ਵਿਦੇਸ਼ਾਂ ਨੂੰ ਜਾਣ ਵਾਲੇ ਸਮੁੰਦਰੀ ਜਹਾਜ਼ ਔਰ ਵਿਦੇਸ਼ਾਂ ਤੋਂ ਮਾਲ ਢੋਣ ਵਾਲੇ ਜਿਹੜੇ ਬੇੜੇ ਨੇ ਉਹ ਆਸਾਨੀ ਨਾਲ ਆ ਸਕਣ ਤੇ ਜਾ ਸਕਣ। ਉਹਦੇ ਨਾਲ ਕਰੋੜਾਂ ਨਹੀਂ ਖਰਬਾਂ ਰੁਪਏ ਦਾ ਹਿੰਦੁਸਤਾਨ ਨੂੰ ਲਾਭ ਹੋਣਾ ਸੀ, ਕਿਉਂਕਿ ਜਿਹਨੇ ਸਿੱਧਾ ਆ ਜਾਣਾ ਹੈ ਉਹਨੂੰ ਉੱਪਰ ਦੀ ਕਈ ਹਜ਼ਾਰ ਮੀਲ ਦਾ ਜਿਹੜਾ ਸਫ਼ਰ ਹੈ ਵੱਲ ਪਾ ਕੇ ਆਉਣਾ ਪੈਣਾ, ਉਹਦੇ ਤੇ ਖਰਚ ਵੱਧ ਹੋਣਾ, ਸਮਾਂ ਵੱਧ ਲੱਗਣਾ। ਤਾਂ ਗੌਰਮੈਂਟ ਨੇ ਕਿਹਾ ਵੀ ਕੁਛ ਫਾਸਲੇ ਦੇ ਵਿੱਚੋਂ ਉਹਨੂੰ ਮਸ਼ੀਨਾਂ ਨਾਲ ਡੂੰਘਾ ਕਰ ਦਿੰਦੇ ਆ, ਉੱਪਰੋਂ ਜਹਾਜ਼ ਸੌਖਾ ਗੁਜ਼ਰ ਜਾਏਗਾ। ਗੱਲ ਇੰਨੀ ਸੀ ਪਰ ਉਹ ਇੱਕ ਮੁੱਦਾ ਬਣ ਗਿਆ। ਮੈਂ ਜਿੱਧਰ ਧਿਆਨ, ਉਸ ਮੁੱਦੇ ਤੇ ਸਨਾਤਨ ਮਤ ਵਾਲੇ ਵੀਰਾਂ ਨੇ ਇਕੱਠ ਕੀਤਾ ਤੇ ਉੱਥੇ ਸਾਡਾ ਇੱਕ, ਮੈਂ ਸਿੱਖ ਨਹੀਂ ਕਹੂੰਗਾ ਪਰ ਸਿੱਖੀ ਦੀ ਵੇਸ਼ ਭੂਸ਼ਾ ਵਾਲਾ ਇੱਕ ਸੱਜਣ ਗਿਆ ਤੇ ਉੱਥੇ ਜਾ ਕੇ ਉਹ ਫਿਰ ਪ੍ਰਮਾਣ ਦੇ ਰਿਹਾ ਗੁਰਬਾਣੀ ਵਿੱਚੋਂ ਰਾਮ ਜੀ ਹੋਰਾਂ ਦੇ ਮੁਤਲਕ ਉਹਨਾਂ ਨੂੰ ਰੱਬ ਸਿੱਧ ਕਰਨ ਵਾਸਤੇ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਵਾਰ-ਵਾਰ ਅਰਜ਼ ਕਰੀ ਦੀ ਵੀ ਬਾਣੀ ਵਿੱਚ ਅਵਤਾਰ
ਜਿਹੜੇ ਰਾਮ ਜੀ ਹੋਏ ਨੇ ਵਕਤੀ ਤੌਰ ਤੇ ਆਏ ਚਲੇ, ਉਹਨਾਂ ਮੁਤਲਕ ਜ਼ਿਕਰ ਜ਼ਰੂਰ ਆਇਆ ਹੈ, ਪਰ ਬਾਣੀ ਇਹ ਨਹੀਂ ਕਹੇਗੀ ਵੀ ਤੂੰ ਉਹਨਾਂ ਦਾ ਸਿਮਰਨ ਕਰ। ਹਾਂ, ਰਮੇ ਹੋਏ ਰੱਬ ਦੀ ਗੱਲ ਗੁਰਬਾਣੀ ਵਿੱਚ ਬੜੀ ਵਾਰ ਆਈ ਹੈ, ਪਰ ਜਦੋਂ ਵੀ ਕਿਸੇ ਰਾਮ ਦੇ ਸਿਮਰਨ ਦੀ ਗੱਲ ਆਏਗੀ ਤੇ ਉਦੋਂ ਰਮੇ ਪ੍ਰਮਾਤਮਾ ਰੂਪੀ ਰਾਮ ਦੀ ਆਏਗੀ, ਨਾ ਕਿ ਅਵਤਾਰੀ। ਜਿਨ੍ਹਾਂ ਦਾ ਹੈ ਉਹਨਾਂ ਨੂੰ ਮੁਬਾਰਕ, ਉਹ ਜਮ ਜਮ ਉਹਨਾਂ ਦਾ ਜਾਪ ਨਾਮ ਜਪਣ, ਕੋਈ ਇਤਰਾਜ਼ ਨਹੀਂ। ਪਰ ਸਾਨੂੰ ਤਾਂ ਜੋ ਧਰਮ ਗ੍ਰੰਥ ਉਪਦੇਸ਼ ਦਿੰਦਾ ਹੈ, ਅਸੀਂ ਤਾਂ ਉਹੀ ਸੱਤ ਕਰਕੇ ਪੱਲੇ ਬੰਨਣਾ ਔਰ ਉਹਨੂੰ ਹੀ ਪ੍ਰਚਾਰਨਾ ਹੈ। ਔਰ ਉੱਥੇ ਉਹ ਸੱਜਣ ਇਹ ਫਰਮਾਨ ਦੇ ਰਿਹਾ ਹੈ, ਔਰ ਉਸੇ ਫਰਮਾਨ ਦੇ ਵਿੱਚ ਉਹ ਸਿੱਧ ਇਹੀ ਕਰਨਾ ਚਾਹੁੰਦੇ ਨੇ ਵੀ ਉਹਦੀ ਭਗਤੀ ਜਿਹੜੇ ਅਵਤਾਰ ਧਾਰ ਕੇ ਆਏ, ਜਿਨ੍ਹਾਂ ਦਾ ਯੁੱਧ ਰਾਵਣ ਨਾਲ ਹੋਇਆ ਹੈ, ਉਹਨਾਂ ਦੇ ਮੁਤਲਕ ਜ਼ੋਰ ਦੇ ਕੇ ਗੱਲ ਕਰ ਰਿਹਾ। ਹਜ਼ੂਰ ਅੱਜ ਬਖਸ਼ਿਸ਼ ਕਰਦੇ ਨੇ ਵੀ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ। ਇਹ ਤਾਂ ਮੰਨਦੇ ਆ ਵੀ ਕਹਿੰਦੇ ਨੇ ਵੀ ਰਾਵਣ ਦਾ ਜਿਹੜਾ ਪਰਿਵਾਰ ਸੀ ਉਹ ਬੜਾ ਵੱਡਾ, ਬੜਾ ਲੰਮਾ ਚੌੜਾ। ਔਰ ਇੱਥੋਂ ਤੱਕ ਬਾਣੀ ਵਿੱਚ ਵੀ ਜ਼ਿਕਰ ਆਇਆ ਵੀ 1 ਲੱਖ ਪੂਤ 1.25 ਲੱਖ ਨਾਤੀ। ਇਹਨਾਂ ਲੰਮਾ ਚੌੜਾ ਪਰਿਵਾਰ। ਪਰ ਹਜ਼ੂਰ ਕਹਿੰਦੇ ਵੀ ਏਡੇ ਏਡੇ ਅਮੀਰ ਔਰ ਏਡੇ ਏਡੇ ਆਬਾਦੀ ਪੱਖ ਤੋਂ ਉੱਚੇ ਘਰਾਣੇ ਵੀ, ਉਹਨਾਂ ਦੇ ਘਰਾਂ ਵਿੱਚ ਵੀ ਕੋਈ ਦੀਵਾ ਬੱਤੀ ਦੇਣ ਵਾਲਾ ਮੌਤ ਨੇ ਨਹੀਂ ਰਹਿਣ ਦਿੱਤਾ ਔਰ ਨਹੀਂ ਰਹਿਣ ਦੇਣਾ। ਇਹ ਵਿਧਾਨ ਹੈ ਵਾਹਿਗੁਰੂ ਦਾ। ਕਿਉਂ ਵਿਧਾਨ ਹੈ? ਔਰ ਹਜ਼ੂਰ ਸਾਨੂੰ ਉਪਦੇਸ਼ ਦਿੰਦੇ ਨੇ ਕਿ ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉਂ ਸੰਸਾਰ। ਅੱਜ ਅਸੀਂ ਮਾਨਸਿਕ ਜੀਵਨ, ਮਾਨਸਿਕ ਪੱਧਰ ਤੋਂ ਜਿਹੜੇ ਦੁਖੀ ਆ ਨਾ, ਜਾਂ ਸਰੀਰਕ ਪੱਧਰ ਤੋਂ ਵੀ ਦੁਖੀ ਲਾ ਲਈਏ, ਅੱਜ ਜੇ ਕਿਤੇ ਆ ਗੁਰੂ ਦਾ ਬਚਨ ਸਾਡੇ ਜਿਹਨ ਵਿੱਚ ਵਸ ਜੇ ਨਾ ਕਿ ਸੁਪਨੇ ਜਿਉਂ ਸੰਸਾਰ, ਅੱਜ ਸਭ ਕੁਝ ਦਰੁਸਤ ਹੋ ਸਕਦਾ। ਅੱਜ ਸਾਡੇ ਫਿਕਰ ਚਿੰਤਾਵਾਂ ਝੋਰੇ ਹੁਣ ਇਸੇ ਵੇਲੇ ਖਤਮ ਹੋ ਸਕ। ਪਰ ਅਸੀਂ ਮੰਨਿਆ ਕਿੱਥੇ ਆ ਵੀ ਸੁਪਨੇ ਜਿਉਂ ਸੰਸਾਰ? ਜਿਨ੍ਹਾਂ ਨੇ ਮੰਨਿਆ ਤੁਸੀਂ ਦੇਖੋ ਬਿਲਕੁਲ ਰਿਲੈਕਸ, ਬਿਲਕੁਲ ਚਿੰਤਾਵਾਂ ਫਿਕਰ ਝੋਰਿਆਂ ਤੋਂ ਮੁਕਤ। ਸਾਨੂੰ ਕੋਈ ਸੁਪਨਾ ਆ ਜੇ, ਸੁਪਨੇ ਵਿੱਚ ਕੋਈ ਸਕੀ ਸੰਬੰਧੀ ਉਹਦੇ ਐਕਸੀਡੈਂਟ ਘਟਨਾ ਦਾ ਦ੍ਰਿਸ਼ ਸਾਡੇ ਸੁਪਨੇ 'ਚ ਚੱਲ, ਅਸੀਂ ਉਹਨੂੰ ਸੱਚੀ ਮੁੱਚੀ ਥੋੜ੍ਹਾ ਮੰਨ ਲੈਂਦੇ ਹਾਂ। ਅੱਖ ਖੋਲ੍ਹ ਦਈਏ ਤੇ ਅਸੀਂ ਕਹਿੰਦੇ ਸੋ ਆਕਾਸ਼ ਇਹ ਤਾਂ ਸੁਪਨਾ ਸੀ। ਸਾਨੂੰ ਪਤਾ ਹੈ ਵੀ ਸੁਪਨਾ ਸੱਚਾ ਨਹੀਂ। ਔਰ ਬਾਣੀ ਕਰ ਕਹਿੰਦੇ ਨੇ ਵੀ ਇੱਕ ਬੰਦ ਅੱਖ ਦਾ ਸੁਪਨਾ ਜਿਹੜਾ ਤੂੰ ਲੈਣਾ ਹੈ, ਇੱਕ ਖੁੱਲੀ ਅੱਖ ਦਾ ਸੁਪਨਾ ਹੈ। ਜੇ ਤੂੰ ਬੰਦ ਅੱਖ ਦੇ ਸੁਪਨੇ ਤੇ ਯਕੀਨ ਨਹੀਂ ਨਾ ਕਰਦਾ ਤੇ ਆ ਖੁੱਲੀ ਅੱਖ ਦੇ ਸੁਪਨੇ ਤੇ ਵੀ ਯਕੀਨ ਨਾ ਕਰੀ। ਇਹ ਸੰਸਾਰ ਸਦਾ ਨਹੀਂ ਰਹਿਣਾ। ਪਰ ਅਸੀਂ ਮੰਨਦੇ ਨਹੀਂ। ਸਾਨੂੰ ਵਿਸ਼ਵਾਸ ਗੁਰੂ ਦੇ ਬੋਲਾਂ ਤੇ ਨਹੀਂ ਆਉਂਦਾ। ਔਰ ਇਹੀ ਕਾਰਨ ਹੈ ਮਨੁੱਖ ਦੇ ਅੰਦਰ ਦਾ ਖਵਾਰ ਹੋਣਾ, ਪਰੇਸ਼ਾਨੀਆਂ ਦਾ ਵਧਣਾ ਔਰ ਮਾੜੀ ਮਾੜੀ ਗੱਲ ਤੋਂ ਝਗੜੇ ਕਲੇਸ਼ ਖੜੇ ਹੋਣ ਦਾ। ਪਿਆਰ ਵਾਲਿਓ, ਜਿਨ੍ਹਾਂ ਨੇ ਸੁਪਨੇ ਵਰਗਾ ਇਸ ਸੰਸਾਰ ਨੂੰ ਜਾਣਿਆ ਹੂਬਹੂ, ਉਹ ਬੇਫਿਕਰ ਨੇ। ਕਦੀ ਸੁਪਨਾ ਆ ਜੇ ਉਹਨੂੰ ਸੀਰੀਅਸਲੀ ਤੌਰ ਤੇ ਨਹੀਂ ਲੈਂਦੇ। ਸਾਨੂੰ ਪਤਾ ਹੈ ਇਹ ਸੱਚ ਨਹੀਂ ਹੈ। ਪਰ ਹੁਣ ਤਾਂ ਸਦਕੇ ਜਾਈਏ ਜਿਸ ਦੇਸ਼ ਵਿੱਚ ਆਪਾਂ ਰਹਿੰਦੇ ਹਾਂ, ਇੱਥੋਂ ਦੇ ਮੀਡੀਏ ਦੇ ਬਈ ਇੱਕ ਪਖੰਡੀ ਦੇ ਬਾਬੇ ਨੂੰ ਸੁਪਨਾ ਆਉਂਦਾ ਹੈ ਬਈ ਫਲਾਣੇ ਕਿਲੇ ਦੇ ਵਿੱਚ ਟਨਾਂ ਦੇ ਟਨ ਦੇ ਹਿਸਾਬ ਨਾਲ ਸੋਨਾ ਦੱਬਿਆ ਹੈ। ਔਰ ਉਹ ਬਾਬਾ ਵਕਤ ਦੀ ਗੌਰਮੈਂਟ ਨੂੰ ਵੀ ਮੂਰਖ ਬਣਾ ਰਿਹਾ ਹੈ ਪਖੰਡੀ, ਔਰ ਵਕਤੀ ਮੀਡੀਏ ਨੂੰ ਵੀ। ਕਰੇਨਾਂ ਲੈ ਕੇ JCB ਲੈ ਕੇ ਪੁੱਟਣਾ ਸ਼ੁਰੂ ਕਰ।
ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਹਿੰਦੀ ਵੀ ਸੁਪਨਾ ਸੱਚ ਨਹੀਂ, ਪਰ ਵੇਖੋ ਜਿਨ੍ਹਾਂ ਲੋਕਾਂ ਨੂੰ ਤੁਸੀਂ ਚੁਣ ਕੇ ਅਹੁਦਿਆਂ ਤੇ ਬਿਠਾ ਕੇ ਸਰਕਾਰਾਂ ਸੌਂਪਦੇ ਹੋ, ਉਹ ਸੁਪਨੇ ਸੱਚ ਮੰਨਣ ਡਏ ਨੇ, ਔਰ ਉਹ ਵੀ ਪਖੰਡੀ ਲੋਕਾਂ ਦੇ। ਉੱਥੇ ਖੁਦਾਈ ਵੇਲੇ ਕਿੰਨਾ ਡੀਜ਼ਲ, ਕਿੰਨਾ ਪੈਟਰੋਲ, ਕਿੰਨੀ ਲੇਬਰ, ਕਿੰਨੀ ਸਿਕਿਉਰਿਟੀ, ਕਿੰਨੇ ਮੀਡੀਏ ਦੇ ਕਿੰਨੇ ਮਿੰਟ ਜਾਏ ਕਿਤੇ ਕਦੀ ਇਧਰ ਧਿਆਨ ਗਿਆ? ਹਿੰਦੁਸਤਾਨ ਦੇ ਖਰਬਾਂ ਲੋਕ, ਅਰਬਾਂ ਲੋਕ ਜਿਹੜੇ ਮੀਡੀਏ ਤੇ ਆਪਣਾ ਵਕਤ ਜਾਇਆ ਕਰ ਰਹੇ ਨੇ, ਬਈ ਕੀ ਹੁੰਦਾ ਅਗਲੇ ਉਹਨਾਂ ਨੂੰ ਜਿਹੜੇ 5-7 ਦਿਨ ਸਟੰਟ ਚੱਲਿਆ ਉਹਦੇ ਵਿੱਚੋਂ ਕੀ ਲੱਭਾ ਹੈ, ਔਰ ਕਿੰਨਾ ਸਮਾਂ ਅਸੀਂ ਦੇਸ਼ ਦਾ ਔਰ ਇੱਥੋਂ ਦੀ ਪ੍ਰਜਾ ਦਾ ਖਰਾਬ ਕੀਤਾ। ਕਦੀ ਕਿਸੇ ਨੇ ਉੱਠ ਕੇ ਧਈਆ ਕੀਤਾ ਵੀ ਹਿਸਾਬ ਪੁੱਛੀਏ ਵੀ ਤੁਸੀਂ ਇੱਕ ਪਖੰਡੀ ਜੇ ਬੰਦੇ ਦੀ ਗੱਲ ਮੰਨ ਕੇ, ਉਹਦੇ ਸੁਪਨੇ ਨੂੰ ਸੱਚ ਮੰਨ ਕੇ, ਤੇ ਤੁਸੀਂ ਦੇਸ਼ ਦਾ ਜਿਹੜਾ ਰੁਪਇਆ ਹੈ, ਪੂੰਜੀ ਹੈ, ਉਹਨੂੰ ਅਜਾਈਂ ਗਵਾ ਰਹੇ ਹੋ? ਨਹੀਂ, ਕੋਈ ਪੁੱਛਣ ਵਾਲਾ ਨਹੀਂ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਹਿੰਦੀ ਹੈ ਵੀ ਉਹ ਵੀ ਸੁਪਨਾ ਸੱਚ ਨਹੀਂ, ਤੇ ਆ ਖੁੱਲੀ ਅੱਖ ਦਾ ਸੁਪਨਾ ਵੀ ਸੱਚ ਨਹੀਂ। ਔਰ ਜੇ ਦੁਨੀਆ ਵਿੱਚ ਰਹਿਣ ਦਾ ਢੰਗ ਤਰੀਕਾ ਸਿੱਖਣਾ ਹੈ ਤੇ ਬਾਣੀਕਾਰਾਂ ਕੋਲੋਂ ਸਿੱਖੀਏ। ਇਹ ਸੁਪਨੇ ਦੀ ਨਿਆਈ ਹੈ, ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ। ਹਾਏ ਕੀ ਬਣੇਗਾ, ਕੀ ਹੋਏਗਾ, ਇਹ ਚਿੰਤਾ ਹੀ ਹੈ ਜਿਹੜੀ ਸਾਨੂੰ ਢੰਗ ਤਰੀਕੇ ਨਾਲ ਜਿਉਣ ਨਹੀਂ ਦਿੰਦੀ। ਔਰ ਗੁਰਬਾਣੀ ਇਹ ਮਹਾਂਪੁਰਖਾਂ ਦੇ ਰਚਿਤ ਬਚਨ ਬਾਣੀ ਵਿੱਚ ਸਾਨੂੰ ਚਿੰਤਾ ਤੋਂ ਮੁਕਤ ਕਰਕੇ ਬਲਕਿ ਉਪਦੇਸ਼ ਦਿੰਦੇ ਨੇ ਕਿ ਚਿੰਤਾ ਤਾਕੀ ਕੀਜੀਐ ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਹ ਸੰਸਾਰ ਰੂਪੀ ਰਸਤੇ ਤੇ ਕੋਈ ਐਸਾ ਵਿਖਾਓ ਵੀ ਜਿਹੜਾ ਸਦਾ ਬੈਠਾ ਰਿਹਾ। ਕੋਈ ਨਹੀਂ ਨਾ ਬੈਠਾ ਰਿਹਾ। ਜਦੋਂ ਕੋਈ ਨਹੀਂ ਬੈਠ ਰਹਿਣਾ ਇਸ ਰਸਤੇ ਤੇ, ਇਹ ਚੱਲਦਾ ਸਰਕਲ ਹੀ ਇਸੇ ਤਰ੍ਹਾਂ ਰਹਿਣਾ, ਫਿਰ ਸਾਨੂੰ ਚਿੰਤਾ ਕਰਨ ਦੀ ਕੀ ਲੋੜ ਹੈ? ਗੁਰੂ ਤਾਂ ਸਾਨੂੰ ਉਪਦੇਸ਼ ਦਿੰਦੇ ਵੀ ਚਿੰਤਾ ਨਾ ਕਰ, ਅਸੀਂ ਖਾਮਖਾ ਦੀ ਚਿੰਤਾ ਲੈ ਕੇ ਬੈਠੇ ਹੋਏ ਹਾਂ। ਗੁਰੂ ਚਿੰਤਾ ਤੋਂ ਮੁਕਤ ਕਰਦਾ ਹੈ, ਬਈ ਇਹ ਚਿੰਤਾ ਕਰਨ ਵਾਲਾ ਤੇਰਾ ਵਿਸ਼ਾ ਨਹੀਂ, ਚਿੰਤਾ ਵਾਹਿਗੁਰੂ ਪ੍ਰਮਾਤਮਾ ਨੂੰ ਹੈ। ਅਸੀਂ ਆਪਣੇ ਸਿਰ ਲੈ ਕੇ ਬੈਠੇ ਹਾਂ ਵੀ ਹਾਏ ਕੀ ਹੋ ਗਿਆ। ਤੋ ਹਜ਼ੂਰ ਅੱਜ ਬਖਸ਼ਿਸ਼ ਕਰ ਰਹੇ ਨੇ, ਪਾਵਨ ਪਵਿੱਤਰ ਗੁਰਵਾਕ ਹੈ, ਬਈ ਤੂੰ ਇਸ ਸੰਸਾਰ ਨੂੰ ਨਾਲ ਨਿਭਣ ਵਾਲਾ ਜਾਣ ਕੇ ਦੇ ਨਾਲ ਮੋਹ ਪ੍ਰੀਤ ਪਿਆਰ ਬਣਾ ਕੇ ਬੈਠਾ ਹੈ। ਔਰ ਜਿਸ ਵਾਹਿਗੁਰੂ ਦੇ ਨਾਮ ਨੇ ਤੇਰੇ ਨਾਲ ਨਿਭਣਾ ਹੈ, ਉਧਰ ਤੇਰਾ ਚਿੱਤ ਚੇਤਾ ਤੇਰਾ ਧਿਆਨ ਨਹੀਂ ਗਿਆ। ਇੱਕ ਬਚਨ ਸੁਖਮਨੀ ਸਾਹਿਬ ਦੀ ਬਾਣੀ ਅਕਸਰ ਸਾਡੇ ਪਰਿਵਾਰਾਂ ਵਿੱਚ, ਘਰਾਂ ਵਿੱਚ ਨਿਤਨੇਮ ਦੀ ਤਰ੍ਹਾਂ ਪੜ੍ਹੀ ਜਾਂਦੀ ਹੈ। ਅਕਸਰ ਸਾਡੀ ਜ਼ੁਬਾਨ ਤੇ ਇਹ ਬਚਨ ਗੁਰੂ ਕੇ ਸਾਨੂੰ ਯਾਦ ਨੇ। ਹਜ਼ੂਰ ਕਹਿੰਦੇ ਨੇ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ। ਇਹ ਉਹ ਰਿਸ਼ਤੇ ਗੁਰੂ ਸਾਹਿਬ ਨੇ ਸਾਨੂੰ ਗਿਣ ਕੇ ਦੱਸੇ ਨੇ, ਜਿਹੜੇ ਦੁਨੀਆ ਵਿੱਚ ਵਿਚਰਦਿਆਂ ਸਾਡੇ ਕਰੀਬਨ ਨਜ਼ਦੀਕ ਦੇ ਰਿਸ਼ਤੇ ਨੇ। ਮਾਂ ਪਿਓ, ਭੈਣ ਭਰਾ ਤੇ ਪੁੱਤਰ ਤੇ ਮਿੱਤਰ, ਇਹ 4-5 ਅਹਿਮ ਰਿਸ਼ਤੇ ਨੇ ਨਾ। ਦੁੱਖ ਸੁੱਖ, ਕੋਈ ਘਾਟਾ ਨਫਾ ਨੁਕਸਾਨ ਹੋ ਜੇ ਤੇ ਸਾਡਾ ਧਿਆਨ ਫਿਰ ਇੱਧਰ ਜਾਂਦਾ ਹੈ। ਮਾਂ ਹੋਈ, ਪਿਤਾ ਹੋਇਆ, ਭਰਾ ਹੋਏ, ਭੈਣਾਂ ਹੋਈਆਂ, ਦੋਸਤ ਹੋਏ, ਮਿੱਤਰ ਹੋਏ, ਸੰਬੰਧੀ ਹੋਏ। ਹਜ਼ੂਰ ਨੇ ਇਹ ਮਹਿਮ ਜਿਹੜੇ ਰਿਸ਼ਤੇ ਨੇ ਨਾ, ਇਹਨਾਂ 4-5 ਰਿਸ਼ਤਿਆਂ ਦੀ ਗੱਲ ਕਰਕੇ ਸਾਨੂੰ ਉਪਦੇਸ਼ ਬਖਸ਼ਿਆ ਵੀ ਇਹਨਾਂ ਵਿੱਚੋਂ ਨਾ ਮਾਂ, ਨਾ ਪਿਤਾ, ਨਾ ਪੁੱਤਰ, ਨਾ ਭਰਾ ਤੇ ਨਾ ਮਿੱਤਰ। ਅਸੀਂ ਇਹਨਾਂ ਤੇ ਮਾਨ ਕਰਦੇ ਨਾ ਵੀ ਕਿਤੇ ਤੰਗੀ ਫੰਗੀ ਆ ਜੇ ਤੇ ਬੰਦਾ ਕਹਿੰਦਾ ਕੋਈ ਗੱਲ ਨਹੀਂ, ਮੇਰਾ ਭਰਾ ਹੈ, ਮੇਰਾ ਪਿਤਾ ਬੜਾ ਦੌਲਤਮੰਦ ਹੈ, ਜਾਂ ਮੇਰੇ ਜਿਹੜੇ ਸੰਬੰਧੀ
ਦੋਸਤ ਨੇ, ਰਿਸ਼ਤੇਦਾਰ ਨੇ, ਮਿੱਤਰ ਨੇ, ਮੈਨੂੰ ਉਹਨਾਂ ਤੇ ਬੜੀਆਂ ਉਮੀਦਾਂ ਨੇ। ਹਜ਼ੂਰ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਵੀ ਇਹਨਾਂ ਵਿੱਚੋਂ ਕੋਈ ਵੀ ਉੱਥੇ ਸਹਾਈ ਨਹੀਂ ਹੋਣਾ, ਕਿਉਂਕਿ ਇੱਥੇ ਤਾਂ ਹੋ ਜਾਣਗੇ। ਰੱਬ ਨਾ ਕਰੇ ਕਿਤੇ ਜਾ ਰਹੇ ਆ ਸਫ਼ਰ ਤੇ ਰਸਤੇ ਵਿੱਚ ਕੋਈ ਦੁਰਘਟਨਾ ਹੋ ਗਈ ਹੈ, ਸਰੀਰ ਦੇ ਉੱਪਰ ਛੋਟੀ ਮੋਟੀ ਸੱਟ ਫੇਟ ਲੱਗ ਗਈ ਹੈ, ਜਿਹੜੇ ਜਿਹੜੇ ਨਜ਼ਦੀਕੀ ਨੇ ਉਹ ਸਾਡੇ ਕੋਲ ਬੜੀ ਜਲਦੀ ਪਹੁੰਚ ਜਾਣਗੇ। ਪਰ ਹਜ਼ੂਰ ਕਹਿੰਦੇ ਵੀ ਇਹ ਇੱਥੇ ਪਹੁੰਚ ਸਕਦੇ ਨੇ ਜਿੱਥੇ ਤੂੰ ਹੈ, ਪਰ ਜਿੱਥੇ ਤੇਰੇ ਸਰੀਰ ਤੋਂ ਬਾਅਦ ਤੇਰੀ ਆਤਮਾ ਨੇ ਜਾਣਾ ਹੈ ਨਾ, ਜਿਹਦੇ ਮੁਤਲਕ ਤੈਨੂੰ ਗਿਆਨ ਕੋਈ ਨਹੀਂ, ਇਹਨਾਂ ਉੱਥੇ ਨਹੀਂ ਜਾਣਾ। ਮਹਾਰਾਜ ਫਿਰ ਕਿਰਪਾ ਕਰੋ, ਉੱਥੇ ਕਿਹਨੇ ਜਾਣਾ ਹੈ, ਸਾਨੂੰ ਉਹਦੇ ਮੁਤਲਕ ਵੀ ਗਿਆਨ ਬਖਸ਼ੋ। ਤੋਂ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਫਿਰ ਗਿਆਨ ਬਖਸ਼ਦੀ ਹੈ ਕਿ ਮਨ ਊਹਾ ਨਾਮ ਤੇਰਾ ਸੰਗ ਸਹਾਈ। ਉੱਥੇ ਅਕਾਲ ਪੁਰਖ ਵਾਹਿਗੁਰੂ ਦਾ ਚੇਤਾ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਸਾਡਾ ਸੰਗੀ ਤੇ ਸਾਡਾ ਸਹਾਈ। ਦੋ ਸ਼ਬਦ ਨੇ, ਸਾਡਾ ਸਾਥ ਦੇਣ ਵਾਲਾ, ਸਾਡੀ ਮਦਦ ਕਰਨ ਵਾਲਾ। ਮਨ ਊਹਾ ਨਾਮ ਤੇਰਾ ਸੰਗ ਸਹਾਈ, ਉੱਥੇ ਵਾਹਿਗੁਰੂ ਦਾ ਨਾਮ ਸਹਾਈ ਹੋਣਾ ਹੈ। ਤੇ ਗੁਰੂ ਕੇ ਇਸ ਬਚਨ ਨੂੰ ਧਿਆਨ ਸਾਹਮਣੇ ਧਿਆਨ ਵਿੱਚ ਰੱਖ ਕੇ ਆਪਣੇ ਅੰਦਰ ਵੇਖੀਏ ਵੀ ਜਿੰਨੇ ਸਹਾਈ ਹੋਣਾ ਹੈ, ਅਸੀਂ ਉਹ ਜਪਿਆ ਹੈ? ਤੇ ਜਵਾਬ ਮਿਲੇਗਾ ਕੋਈ ਨਹੀਂ, ਅਜੇ ਕੋਈ ਨਹੀਂ ਜਪਿਆ, ਅਜੇ ਕੋਈ ਨਹੀਂ ਜਪਿਆ। ਜਿੰਨੇ ਸਹਾਈ ਹੋਣਾ ਹੈ ਤੇ ਜਿੰਨਾ ਇੱਥੇ ਸਾਥ ਛੱਡ ਦੇਣਾ ਹੈ, ਉਹਨਾਂ ਨੂੰ ਅਸੀਂ ਦਿਹਾੜੀ ਵਿੱਚ ਕਿੰਨੀ ਕਿੰਨੀ ਵਾਰ ਚੇਤੇ ਕਰ ਰਹੇ ਹਾਂ। ਇਹਨਾਂ ਨੂੰ ਚੇਤੇ ਕੀਤੇ ਬਿਨਾਂ ਵੀ ਗੁਜ਼ਾਰਾ ਹੋ ਸਕਦਾ ਹੈ, ਪਰ ਆਤਮਾ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤੇਰਾ ਛੁਟਕਾਰਾ ਗੁਜ਼ਾਰਾ ਕੋਈ ਨਹੀਂ ਹੋਣਾ। ਜਪ ਉਹਨੂੰ ਵੀ, ਉਹਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੈ। ਤੋ ਅੱਜ ਬਾਬਾ ਕਬੀਰ ਸਾਹਿਬ ਬਖਸ਼ਿਸ਼ ਕਰ ਰਹੇ ਨੇ ਪਾਵਨ ਪਵਿੱਤਰ ਬਚਨ। ਰਹਾਉ ਵਾਲੇ ਅੰਮ੍ਰਿਤ ਬੋਲ ਨੇ ਪਦੇ ਦੇ, ਕਾਹੇ ਕੀਜਤ ਹੈ ਮਨ ਭਾਵਨ। ਹੇ ਭਾਈ, ਕਾਹ ਤੋਂ ਤੂੰ ਮਨ ਭਾਉਂਦੀਆਂ ਕਰਦਾ ਫਿਰਦਾ? ਮਨ ਭਾਉਂਦੀਆਂ, ਜੋ ਮਨ ਵਿੱਚ ਫੁਰਨਾ ਆਇਆ ਤੇ ਉਹ ਕਰਨਾ ਹੈ ਵੀ। ਇਹੀ ਹੈ ਨਾ ਦਸਤੂਰ, ਇਹੀ ਢੰਗ ਤਰੀਕਾ ਕਰੀਬਨ ਅਸੀਂ ਦੁਨੀਆਦਾਰ ਲੋਕਾਂ ਨੇ ਬਣਾਇਆ ਵੀ ਜੋ ਮਨ ਵਿੱਚ ਫੁਰਨਾ ਆ ਗਿਆ, ਚੰਗਾ ਹੈ ਮੰਦਾ ਹੈ, ਬਸ ਪੂਰਾ ਕਰਨਾ ਹੈ। ਅੱਜ ਬਾਬਾ ਕਬੀਰ ਸਾਹਿਬ ਉਹ ਮਨ ਦੇ ਫੁਰਨਿਆਂ ਮਗਰ ਦੌੜਨ ਵਾਲੇ ਨੂੰ ਕਹਿੰਦੇ ਮਨ ਦੀਆਂ ਮਨ ਮਰਜ਼ੀਆਂ ਕਰਨ ਵਾਲਿਆ। ਕਾਹੇ ਕੀਜਤ ਮਨ ਭਾਵਤ, ਕਾਹਨੂੰ ਤੂੰ ਆਪਣੇ ਮਨ ਦੀਆਂ ਮਰਜ਼ੀਆਂ ਕਰ ਰਿਹਾ ਹੈ? ਮਨ ਭਾਉਂਦਾ ਇੱਧਰ ਉੱਧਰ ਭਟਕ ਰਿਹਾ ਹੈ। ਕਾਹੇ ਕੀਜਤ ਹੈ ਮਨ ਭਾਵਨ, ਮਨ ਨੂੰ ਭਾਉਣ ਵਾਲੀਆਂ ਗੱਲਾਂ। ਸੱਚੀ ਮੁੱਚੀ ਬੁਰਿਆਈ ਮਨ ਨੂੰ ਭਾਉਂਦੀ ਹੈ, ਬੁਰਾ ਕਰਮ ਕਰਨਾ ਹੋਵੇ ਭਾਉਂਦਾ ਹੈ। ਇਹਨੂੰ ਕੀ ਨਹੀਂ ਭਾਉਂਦਾ? ਇਹਨੂੰ ਚੌਂਕੜਾ ਮਾਰ ਕੇ ਬਾਣੀ ਪੜ੍ਹਨੀ ਇਹਨੂੰ ਮੌਤ ਸਮਾਨ, ਮੌਤ ਤੁਲ ਨਜ਼ਰ ਆਉਂਦੀ ਹੈ। ਉਬਾਸੀਆਂ ਆਉਣਗੀਆਂ, ਨੀਂਦ ਆਏਗੀ, ਸਰੀਰ ਜਿਹੜਾ ਹੈ ਉਹ ਸਾਥ ਛੱਡਦਾ ਨਜ਼ਰ ਆਏਗਾ ਵੀ ਨਹੀਂ ਹੁਣ ਛੱਡੋ। ਤੁਸੀਂ ਕਦੀ ਤਜਰਬਾ ਕਰ ਲਿਓ, ਸਾਥ ਵਿੱਚ ਬੈਠੇ ਸੁਬਾਹ ਤੋਂ ਸ਼ਾਮ ਹੋ ਗਈ ਹੈ, ਕਦੀ ਨਹੀਂ ਸਰੀਰ ਅੱਕੇਗਾ, ਕਦੀ ਨਹੀਂ ਥੱਕੇਗਾ। ਇਹ ਕਦੋਂ ਅੱਕਦਾ ਤੇ ਥੱਕਦਾ ਹੈ? ਸੱਚਖੰਡ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਉਹ ਇੱਕ ਗੱਲ ਕਹਿੰਦੇ ਸੀ ਵੀ ਕੋਈ ਸਰੀਰ ਕਰਕੇ ਵਡੇਰਾ ਹੋ ਗਿਆ। ਸੁਭਾਵਿਕ ਹੈ, ਜਿਉਂ-ਜਿਉਂ ਅਸੀਂ ਬੁਢੇਪੇ ਵੱਲ ਵਧਾਂਗੇ ਤਿਉਂ-ਤਿਉਂ ਕਈ ਪ੍ਰਕਾਰ ਦੇ ਇਸ ਤਰ੍ਹਾਂ ਦੇ ਰੋਗ ਨੇ ਜਿਹੜੇ ਸਾਨੂੰ ਇਰਦ ਗਿਰਦ ਤੋਂ ਗ੍ਰਸ ਲੈਣਗੇ।
वो कहिंदे भी किसी सियाने वैद डॉक्टर कोल कोई बजुर्ग चले गया भी डॉक्टर साहब नींद नहीं आउंदी। वो अगों सियाना सी डॉक्टर, वो कहन लगे भी जे नींद नहीं आउंदी तो फिर मेरे कोल क्यों आया है? महाराज तुहाडे कोल तां आए हैं भी तुसी कोई ना कोई इदां दा मैनू दवा दारू दिओ पर जिन्हों खाण लैन दे नाल कम सो कम मैं सुखैन ढंग नाल सौ तां सकां। बड़ी बेचैनी रहिंदी है। और उस परमात्मा डॉक्टर ने जिहड़ी अगों गल कही वो बड़ी गजब दी है। वो कहिंदा फिर मेरे कोल ना हो, किसी गुरुद्वारे किसी मंदिर मस्जिद संगत विच जाके बहु अपने आप नींद आएगी। और सच्ची मुच्ची उन्हां दे बचन विच बड़ी सच्चाई है बई सानू होर किते नींद ना भी ना आवे। तुसी देखियो इत्थे संगत विच बैठिया बदो बदी मन जिहड़ा है वो आलस धार के ऊंघदा है। इत्थे असीं सुचेत नहीं हुंदे। क्यों? धर्म कमाउण लग्गिया मन नूं मौत पै जांदी है और ये साथ छड्ड दिंदा शरीर दा अलर्ट होना बई तू सुचेत हो के बह। ये इत्थे हुंदा ही नहीं। इन्हें बहना की है? जिन्हें सुचेत हो के सुनना सी वो इत्थे है ही नहीं ते शरीर बेचारा कहिंदा भी हुण झपकी लै लो, चलो कोई गल नहीं, बैठे आ, एसी चल रहा है, वधिया माहौल है। तो सच्ची गल यह है भी इनू धर्म की गल सुनदिया मन नूं ये ऊंघलेगा, इनू आलस आएगा, नींदा इहदे ते जोर पाएगा। पर होर दुनिया के किसी काम विच इनू कोई नींद नहीं आउंदी। बड़ा सुचेत है, बड़ा अलर्ट है, बड़ा हुशियार। और इत्थों तक भी जे कोई काम इदां दा सिर ते आ जाए ये 4-4 दिन रातां भी जाग के कट के अपने काम नूं निबेड़न दा आर पार कर लैंदा, पर धर्म प्रति इन्ना वफादार नहीं। हजूर कह रहे ने बाबा कबीर साहब काहे कीजत है मन भावन। मन भाउंदियां करन वालिया इधरों इनू मोड़, धर्म वाले पासे जोड़। क्यों जी? कहंदे ने जब जम आए केश ते पकड़े। हुण पुष्टि हुंदी है भी बाबा कबीर साहब भी तां केशाधारी सन। उपर केसां नूं इउं गांह सुट के लपेट के ते जूड़ा बना के उपर दस्तार सजाउंदे सन, तां ही उन्हां केशां दा जिक्र कीता। जिहदे केश ही नहीं वो केश दा जिक्र किवें करनगे? फुट नोट दिता है प्रोफैसर साहब सिंह हुरां ने बई सानू भगतां दे इन्हां महापुरुषां दे जीवन विचों सबूत मिलते ने, उन्हां दे बोलां विचों भी वो केशाधारी सी। वैसे भी जेड़े जेड़े रब वाले पासे तुरे, जिन्हां नूं वैगुरू अकाल पुरख परमात्मा दा ज्ञान होया, वो पहलां बेशक केश कतल करवाउंदे सन, पर जदों रब वाले पासे रब्बी होंद नूं उन्हां सवकारिया फिर उन्हां केशां दा निरादर करना बंद कर दिता। तो बाबा कबीर साहब कहिंदे जब जम आए, जदों जम दा अर्थ इत्थे विद्वानां ने कीता मौत। जब जम आए केश ते पकड़े, ते फिर हर को नाम छड़ावन। जे जपिया होया ना वैगुरू दा नाम, उन्हें छड़ा देना भी छड्ड। पर जे साडे पल्ले होया ही ना ते फिर कौन छड़ाएगा? जपिया होएगा ते बानी कर कहिंदे ने मौत रूपी जमा तो साडी जान बख्शी हो जाएगी। पर जे जपिया ही कोई नहीं तो फिर असी किवें दावा करांगे भी सानू मौत रूपी जम पोएगा नहीं जी। तो फिर बाबा जी सानू एक दलील दिंदे ने बड़ी ठोस, बड़ी गजब दी, बड़ी वजन वाली, बई किते ना किते साडा ये मन पिंगल जाए। ये जिहड़ा पत्थर वांगू हठी होके बैठा है,
ਇਹਨੂੰ ਜਿਹੜਾ ਰੱਬ ਦੇ ਨਾਮ ਵਾਲੇ ਪਾਸੇ ਚੱਲਣਾ ਬੜਾ ਔਖਾ ਲੱਗਦਾ ਹੈ, ਇਹ ਆਪਣੇ ਤੋਂ ਅਗਾਂਹ ਬੈਠਿਆਂ ਨੂੰ ਵੇਖ ਕੇ ਕਮ ਸੋ ਕਮ ਸਿੱਖ ਲਵੇ ਜੀਣਾ, ਬਈ ਜੇ ਉਹਨਾਂ ਦਾ ਹਾਸ਼ਰ ਇਹ ਹੋਇਆ ਤੇ ਮੇਰਾ ਵੀ ਉਹਨਾਂ ਨਾਲੋਂ ਮਾੜਾ ਹੋਏਗਾ। ਫਿਰ ਇੱਕ ਦਲੀਲ ਦਿੰਦੇ ਨੇ ਔਰ ਬਾਬਾ ਜੀ ਕਹਿੰਦੇ ਨੇ, ਭਗਤ ਕਬੀਰ ਸਾਹਿਬ ਮਹਾਰਾਜ ਪਾਵਨ ਪਵਿੱਤਰ ਗੁਰਵਾਕ ਦੇ ਰਾਹੀਂ ਜਿਨ ਗੜ ਕੋਟ ਕੀਏ ਕੰਚਨ ਕੇ, ਗੜ ਦਾ ਅਰਥ ਹੁੰਦਾ ਕਿਲੇ। ਅਕਸਰ ਤੁਸੀਂ ਸਾਖੀ ਸਹਿਤ ਜਾਂ ਇੱਧਰੋਂ ਉੱਧਰੋਂ ਔਰ ਇੱਥੋਂ ਤੱਕ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਵਿੱਚੋਂ ਵੀ ਇਹ ਪੁਸ਼ਟੀ ਮਿਲਦੀ ਏ ਬਈ ਜੇ ਕਿਸੇ ਧਰਮਾਤਮਾ ਦੇ ਸੋਨੇ ਦੇ ਕਿਲੇ ਸਨ ਵਾਹਿਗੁਰੂ ਰਾਜੇ ਦੇ, ਤੇ ਉਹ ਸਿਰਫ ਇੱਕ ਰਾਵਣ ਹੋਇਆ ਜਿਹਨੇ ਆਪਣੇ ਕਿਲੇ ਵੀ ਇੰਨਾ ਅਮੀਰ ਸੀ ਉਹ ਰਜਵਾੜਾ ਰਾਜਾ, ਬਈ ਉਹਨੇ ਆਪਣੇ ਕਿਲੇ ਵੀ ਇੱਥੋਂ ਤੱਕ ਜਿਨ੍ਹਾਂ ਕਿਲਿਆਂ ਵਿੱਚ ਫੌਜ ਨੇ ਰਹਿਣਾ ਆਪਣਾ ਮਹੱਲ ਬਣਾਉਣਾ ਉਹ ਵੀ ਸੋਨੇ ਤੱਕ ਦੇ ਉਸਾਰੇ ਸੀ। ਵੀ ਇੰਨਾ ਅਮੀਰ ਸੀ, ਤੁਸੀਂ ਅੰਦਾਜ਼ਾ ਲਗਾਓ। ਪਰ ਗੁਰਬਾਣੀ ਇਹ ਨਹੀਂ ਕਹਿੰਦੀ ਵੀ ਉਹ ਬੜਾ ਅਮੀਰ ਸੀ। ਗੁਰਬਾਣੀ ਇਹ ਸਾਨੂੰ ਉਹਦੀ ਜੀਵਨ ਦੀ ਦਲੀਲ ਇਹ ਦਿੰਦੀ ਹੈ ਬਈ ਭੋਲਿਆ ਉਹਦੇ ਕੋਲ ਤਾਂ ਕਿਲੇ ਸੋਨੇ ਦੇ ਸੀ, ਉਹ ਛੱਡ ਕੇ ਚਲਾ ਗਿਆ, ਨਾਲ ਥੋੜਾ ਕੋਈ ਲੈ ਗਿਆ। ਹਾਂ ਤੇਰਾ ਕੰਕਰੀਟ ਇੱਟਾਂ ਮਿੱਟੀ ਦਾ ਬਣਿਆ ਘਰ ਹੈ, ਤੂੰ ਇਹਦਾ ਹੀ ਮਾਣ ਕਰੀ ਜਾ ਰਿਹਾ। ਚਲੋ ਉਹ ਤਾਂ ਕਰੇ, ਰਾਵਣ ਤੇ ਗੱਲ ਫੱਬਦੀ ਹੈ ਵੀ ਚੀਜ਼ ਸੋਨੇ ਦਾ ਸੀ, ਕਿਲਾ ਬੜਾ ਕੀਮਤੀ ਸੀ ਉਹਦਾ ਮਹੱਲ, ਉਹ ਤਾਂ ਗੱਲ ਜੱਚਦੀ ਹੈ ਵੀ ਉਹ ਸੋਨੇ ਦੇ ਮਹੱਲ ਦਾ ਮਾਣ ਕਰਦਾ ਸੀ, ਤੇ ਤੂੰ ਆ ਕੰਕਰੀਟ ਇੱਟਾਂ ਬਜਰੀ ਤੇ ਸੀਮੈਂਟ ਸ਼ਰੀਏ ਦੇ ਬਣਾਏ ਛੋਟੇ ਜਿਹੇ ਘਰ ਦਾ ਹੀ ਮਾਣ ਕਰੀ ਬੈਠਾ। ਇਹਨੂੰ ਵੇਖ ਕੇ ਰੱਬ ਨੂੰ ਭੁੱਲਿਆ ਬੈਠਾ। ਉਹ ਨਹੀਂ, ਜੇ ਤੇਰੇ ਨਾਲੋਂ ਵੱਡੇ ਵੱਡੇ ਇੱਥੇ ਆਏ ਰਾਜੇ ਜਿਨ੍ਹਾਂ ਦੇ ਕਿਲੇ ਵੀ ਸੋਨਿਆਂ ਦੇ ਸੀ ਉਹ ਛੱਡ ਕੇ ਚਲੇ ਗਏ ਨੇ ਨਾ, ਤੇ ਤੂੰ ਆ ਛੋਟੀ ਜੀ ਕੋਈ 100 ਗਜ਼ ਦੀ ਆਪਣੀ ਕੋਠੀ ਵੇਖ ਕੇ ਇਹਨਾਂ ਰੱਬ ਨੂੰ ਭੁੱਲ, ਤੂੰ ਵੀ ਛੱਡ ਕੇ ਜਾਣਾ ਜਿਵੇਂ ਰਾਵਣ ਛੱਡ ਕੇ ਚਲਾ ਗਿਆ। ਇਹ ਸੁਣਿਆ ਬਈ ਜੇ ਸਾਡੇ ਤੋਂ ਅੱਗੇ ਬੈਠੇ ਵੱਡੇ ਚਲੇ ਗਏ ਨੇ ਤੇ ਉਹਨਾਂ ਦੇ ਪਿੱਛੇ ਅਸੀਂ ਵੀ ਚਲੇ ਜਾਣਾ। ਕਾਹਦਾ ਮਾਨ, ਕਾਹਦਾ ਗੁਮਾਨ, ਕਾਹਦਾ ਗਰੂਰ। ਬਖਸ਼ਿਸ਼ ਕਰਦੇ ਨੇ ਜਿਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਮਨ। ਉਹ ਛੱਡ ਕੇ ਚਲਾ ਗਿਆ ਨਾ, ਜਿਹੜੀ ਧਰਤੀ ਤੇ ਉਹਦਾ ਕੋਈ ਕਿਲਾ ਸੀ, ਮਹੱਲ ਸੀ, ਉਹ ਤਾਂ ਇੱਥੇ ਰਹਿ ਗਈ ਏ। ਤੇ ਮਾਨ ਗੁਮਾਨ ਕਰਨ ਵਾਲਾ ਵੀ ਇਹ ਮੇਰਾ ਹੈ, ਉਹ ਕਿੱਧਰ ਗਿਆ ਹੈ? ਜਰਾ ਉਹਦੇ ਮੁਤਲਕ ਤੂੰ ਬੰਦਿਆ ਵੇਖ, ਕਿਤੇ ਤੇਰੀ ਸੁਰਤੀ ਬਿਰਤੀ ਟਿਕਾਣੇ ਆ ਜਾਏ ਵੀ ਜੇ ਉਹ ਮੈਂ ਮੇਰੀ ਕਰਨ ਵਾਲਾ ਨਹੀਂ ਰਿਹਾ, ਰਹਿਣਾ ਮੈਂ ਵੀ ਕੋਈ ਨਹੀਂ। ਔਰ ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਪਾਵਨ ਪਵਿੱਤਰ ਬਚਨ ਵਿਚਾਰ ਅਧੀਨ ਅੰਮ੍ਰਿਤ ਬੋਲਾਂ ਦੇ ਰਾਹੀਂ। ਕਹਿੰਦੇ ਨੇ ਕਾਲ ਅਕਾਲ ਖਸਮ ਕਾ ਕੀਨਾ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਇਹ ਮੌਤ, ਆ ਦਿਸਣ ਵਾਲਾ ਸੰਸਾਰ, ਇਹ ਵਾਹਿਗੁਰੂ ਅਕਾਲ ਪੁਰਖ ਦਾ ਬਣਾਇਆ ਹੋਇਆ, ਕੀਤਾ ਹੋਇਆ। ਕਾਲ ਅਕਾਲ ਖਸਮ ਕਾ ਕੀਨਾ, ਵਾਹਿਗੁਰੂ ਪ੍ਰਮਾਤਮਾ ਦਾ ਬਣਾਇਆ। ਇਹ ਪਰਪੰਚ ਵਧਾਵਣ ਵਾਹਿਗੁਰੂ ਨੇ ਸਾਜ ਕੇ ਸੰਸਾਰ ਤੇ ਮੋਹ ਮੀਠਾ ਲਾ ਦਿੱਤਾ ਹੈ ਬਈ ਹੁਣ ਤੂੰ ਲੱਗਾ ਰਹੋ। ਮੀਠਾ ਮੋਹ ਐਸਾ ਲੱਗਾ ਬਈ ਸਾਨੂੰ ਅਕਾਲ ਪੁਰਖ ਵਾਹਿਗੁਰੂ ਭੁੱਲ ਗਿਆ ਤੇ ਸੰਸਾਰ ਚੇਤੇ ਰਿਹਾ। ਨਿਰੰਕਾਰ ਭੁੱਲ ਗਿਆ, ਸੰਸਾਰ ਚੇਤੇ ਰਿਹਾ। ਬਲਕਿ ਬਾਣੀ ਕਰ ਕਹਿੰਦੇ ਨੇ ਰਹਿਣਾ ਸੰਸਾਰ ਵਿੱਚ ਸੀ, ਪਰ ਨਿਰੰਕਾਰ ਨੂੰ ਚੇਤੇ ਰੱਖਣਾ ਸੀ, ਭੁੱਲਣਾ ਨਹੀਂ ਸੀ। ਅਸੀਂ ਭੁੱਲ ਗਏ। ਭਗਤ ਕਬੀਰ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਇਹ ਪਰਪੰਚ ਵਧਾਵਨ ਬੰਨ ਦਿੱਤਾ ਹੈ ਵਾਹਿਗੁਰੂ ਨੇ। ਔਰ ਇਸੇ ਕਰਕੇ ਫਿਰ ਜਦੋਂ ਭਗਤ ਜੀ ਰੱਬ ਨੂੰ ਸੰਬੋਧਨ ਕਰਦੇ ਨੇ ਨਾ, ਤੇ ਉਹ ਅਕਾਲ ਪੁਰਖ ਦੀ ਇਸ ਸਿਰਜੀ ਰਚਨਾ ਨੂੰ ਵੇਖ ਕੇ
ਕਿਵੇਂ ਜੀਵ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਮਸ਼ੀਨ ਦੀ ਤਰ੍ਹਾਂ ਮੋਹ ਮਾਇਆ ਵਿੱਚ ਪਿਆ ਹੋਇਆ ਹੈ। ਉਸ ਵਕਤ ਫਿਰ ਰੱਬ ਨਾਲ ਜੁੜੇ ਭਗਤ ਜਿਹੜੇ ਨੇ ਉਹ ਰੱਬ ਜੀ ਨੂੰ ਕਹਿੰਦੇ, ਵਾਹਿਗੁਰੂ ਜੀ ਅੱਜ ਪਤਾ ਚੱਲਿਆ ਤੁਹਾਡੇ ਨਾਲ ਜੁੜ ਕੇ ਵੀ ਤੁਸੀਂ ਇੱਕ ਬੜੇ ਵੱਡੇ ਠੱਗ ਹੋ, ਠੱਗ। ਔਰ ਤੁਸੀਂ ਆ ਮੋਹ ਮਾਇਆ ਦੀ ਐਸੀ ਜਗਤ ਨੂੰ ਠੱਗ ਬੂਟੀ ਲਾਈ ਏ ਬਈ ਸਾਰਾ ਸੰਸਾਰ ਹੀ ਠੱਗਿਆ ਜਾ ਰਿਹਾ ਹੈ, ਸਾਰਾ ਸੰਸਾਰ ਹੀ ਠੱਗਿਆ ਜਾ ਰਿਹਾ ਔਰ ਨਿਤ ਠੱਗਿਆ ਜਾ ਰਿਹਾ। ਉਹਨਾਂ ਬਚਨ ਕਹੇ ਹਰ ਠੱਗ ਜਗ ਕੋ ਠਗੌਰੀ ਲਾਈ। ਵਾਹਿਗੁਰੂ ਜੀ ਤੁਸੀਂ ਐਸੀ ਠੱਗ ਬੂਟੀ ਜਗਤ ਨੂੰ ਲਾਈਏ ਬਈ ਜੀਵ ਦਾ ਚਿੱਤ ਹੀ ਨਹੀਂ ਕਰ ਰਿਹਾ ਇਸ ਸੰਸਾਰ ਵਿੱਚੋਂ ਨਿਕਲ ਨੂੰ। ਇਹ ਵੇਖ ਹੀ ਨਹੀਂ ਰਿਹਾ ਵੀ ਜੇ ਮੇਰੇ ਨਾਲੋਂ ਪਹਿਲਾਂ ਆਏ ਲੋਕ ਜਿਨ੍ਹਾਂ ਦੇ ਕਿਲੇ ਤੱਕ ਵੀ ਸੋਨੇ ਦੇ ਸੀ ਉਹ ਛੱਡ ਕੇ ਚਲੇ ਗਏ, ਜਾਣਾ ਮੈਂ ਵੀ ਹੈ। ਬਾਬਾ ਕਬੀਰ ਸਾਹਿਬ ਦੇ ਸ਼ਲੋਕਾਂ ਵਿੱਚੋਂ ਇੱਕ ਬਚਨ ਹੋਰ ਸਮਕਸ਼ ਅਰਜ ਕਰਦਿਆਂ ਗੱਲ ਸਾਡੀ ਸਮਝ ਗੋਚਰੀ ਹੋ ਜਾਏ। ਬਾਬਾ ਕਬੀਰ ਸਾਹਿਬ ਕਹਿੰਦੇ, ਕਬੀਰ ਕੋਠੇ ਮੰਡਪ ਹੇਤ ਕਰ। ਹੇਤ ਦਾ ਅਰਥ ਹੁੰਦਾ ਹੈ ਪਿਆਰ। ਕੋਈ ਮਾੜੀ ਗੱਲ ਨਹੀਂ, ਦਸਾਂ ਨੌਆਂ ਦੀ ਕਿਰਤ ਕਮਾਈ ਦਾ ਮਹੱਲ ਤੁਸੀਂ ਜੁੱਡਾ ਵੱਡਾ ਮਰਜੀ ਲੰਬਾ ਚੌੜਾ ਉੱਚਾ ਉਸਾਰ ਲਓ। ਗੁਰਬਾਣੀ ਨੂੰ ਕੋਈ ਇਤਰਾਜ਼ ਥੋੜਾ ਵੀ ਸਾਡੀ ਮਿਹਨਤ ਤੇ ਗੁਰਬਾਣੀ ਕੋਈ ਕਿੰਤੂ ਕਰਦੀ ਹੈ ਵੀ ਤੂੰ ਕਿਉਂ ਵੱਡਾ ਮਹੱਲ ਬਣਾਇਆ। ਨਹੀਂ, ਇਤਰਾਜ਼ ਕੋਈ ਨਹੀਂ ਹੈ। ਭਾਵੇਂ ਆਸਮਾਨ ਨੂੰ ਛੂਹਣ ਵਾਲਾ ਤੂੰ ਮਹੱਲ ਬਣਾ ਕੇ ਉਹਦੇ ਵਿੱਚ ਰਹਿ, ਪਰ ਰਹਿਣ ਵਾਲਿਆ ਇੱਕ ਗੱਲ ਚੇਤੇ ਰੱਖ ਵੀ ਇੱਕ ਦਿਨ ਛੱਡ ਜਾਣਾ। ਬਸ ਇੰਨੀ ਗੱਲ ਹੈ। ਇਹੀ ਗੱਲ ਸਾਡੀ ਸਮਝ ਵਿੱਚ ਟਿਕਾਉਣ ਵਾਸਤੇ ਨਾ ਬਾਣੀ ਕਰ ਏਡੀਆਂ ਐਡੀਆਂ ਵੱਡੀਆਂ ਦਲੀਲਾਂ ਦਿੰਦੇ ਨੇ ਵੀ ਸਾਨੂੰ ਇਤਰਾਜ਼ ਨਹੀਂ ਹੈ, ਤੂੰ ਦਸਾਂ ਨੌਆਂ ਦੀ ਕਿਰਤ ਕਮਾਈ ਕਰਕੇ ਵਧੀਆ ਮਹਿੰਗੇ ਮੁੱਲ ਦਾ ਮਹੱਲ ਬਣਾ ਕੇ ਆਪ ਵੀ ਰਹਿ, ਪਰਿਵਾਰ ਨੂੰ ਵੀ ਰੱਖ, ਕੋਈ ਇਤਰਾਜ਼ ਨਹੀਂ। ਪਰ ਇਹ ਗੱਲ ਚੇਤੇ ਰੱਖ ਵੀ ਮਹੱਲ ਵਿੱਚ ਬਹਿੰਦਿਆਂ ਉੱਠਦਿਆਂ ਵਾਹਿਗੁਰੂ ਚੇਤੇ ਹੋਵੇ। ਉਹ ਭੁੱਲ ਗਿਆ ਨਾ, ਕਹਾਣੀ ਵਿਗੜ ਜਾਏਗੀ। ਔਰ ਸਾਡੀ ਵਿਗੜੀ ਹੋਈ ਹੈ ਗੱਲਬਾਤ। ਇਸੇ ਕਰਕੇ ਬਾਣੀ ਪੜ੍ਹੋ ਤੇ ਹਜ਼ੂਰ ਕਹਿੰਦੇ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ। ਔਰ ਅੱਗੇ ਜਾ ਕੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ। ਉਹ ਭਾਵੇਂ ਕੱਖਾਂ ਦੀ ਟੁੱਟੀ ਜੀ ਛੰਨ ਵਿੱਚ ਰਹਿਣ ਵਾਲਾ ਹੈ ਨਾ, ਕੋਈ ਬਹੁਤੀ ਉੱਚੀ ਜ਼ਾਤ ਪਾਤ ਕੁੱਲ ਬਰਾਦਰੀ ਨਹੀਂ, ਔਰ ਸਾਰਾ ਦਿਨ ਇੱਧਰ ਉੱਧਰ ਜੰਗਲ ਵਿੱਚ ਭਟਕਦਾ ਫਿਰਦਾ ਹੈ, ਪਰ ਜੇ ਉਹਦੇ ਹਿਰਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਵਸ ਗਿਆ ਤੇ ਗੁਰਬਾਣੀ ਕਹਿੰਦੀ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਰਾਜਾ। ਔਰ ਹਜ਼ੂਰ ਕਹਿੰਦੇ ਨੇ, ਕਬੀਰ ਕੋਠੇ ਮੰਡਪ ਹੇਤ ਕਰ, ਕਾਹੇ ਮਰੋ ਸਵਾਰ। ਇੱਥੇ ਬੇਸ਼ੱਕ ਕੋਈ 5 ਏਕੜ ਵਿੱਚ ਆਪਣਾ ਫਾਰਮ ਹਾਊਸ ਬਣਾ ਲੇ, ਪਰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਇਤਰਾਜ਼ ਨਹੀਂ। ਭਈ ਲੋਕ ਕਹਿਣ ਵੀ ਕਬੀਰ ਸਾਹਿਬ ਤੂੰ ਤਾਂ ਕੱਪੜੇ ਬੁਣਦਾ ਹੈ ਤੇ ਸਾਡੀ ਅਮੀਰੀ ਨੂੰ ਵੇਖ ਕੇ ਤੂੰ ਤਾਂ ਸੜਦਾ ਆ ਬਈ ਇਹਦਾ ਐਡਾ ਵੱਡਾ ਫਾਰਮ ਹਾਊਸ। ਬਾਬਾ ਕਬੀਰ ਸਾਹਿਬ ਕਹਿੰਦੇ ਨਹੀਂ, ਮੈਨੂੰ ਕੋਈ ਤੇਰੀ ਅਮੀਰੀ ਵੇਖ ਕੇ ਉਹਦੇ ਤੋਂ ਨਫ਼ਰਤ ਨਹੀਂ, ਪਰ ਮੈਂ ਇਹ ਤੈਨੂੰ ਦੱਸਣਾ ਚਾਹਣਾ ਵੀ ਤੈਨੂੰ ਅਕਾਲ ਪੁਰਖ ਪ੍ਰਮਾਤਮਾ ਭੁੱਲ ਗਿਆ ਹੈ। 5 ਏਕੜ ਵਿੱਚ ਬਣਿਆ ਹੋਇਆ ਤੈਨੂੰ ਆਪਣਾ ਫਾਰਮ ਹਾਊਸ ਚੇਤੇ ਹੈ ਵੀ ਐਡਾ ਵੱਡਾ ਹੈ, ਇਹਨੂੰ ਇੱਥੋਂ ਆਹ ਦਿਸ਼ਾ ਦੇਣੀ ਹੈ, ਇੱਥੋਂ ਆਹ ਰੰਗ ਕਰਨਾ ਹੈ, ਇਹਦਾ ਆਹ ਦਰਵਾਜ਼ਾ ਆਉਣ ਵਾਲਾ ਹੈ, ਇੱਥੇ ਆਹ ਪਾਰਕਿੰਗ ਬਣਾਉਣੀ ਹੈ, ਇੱਧਰੋਂ ਲੋਕ ਆਉਣਗੇ, ਇੱਧਰੋਂ ਚਲੇ ਜਾਣਗੇ। ਇਹ ਗੱਲ ਤੈਨੂੰ ਚੇਤੇ ਹੈ, ਪਰ ਇਹ ਦੱਸ ਵੀ ਤੈਨੂੰ ਅਕਾਲ ਪੁਰਖ ਵਾਹਿਗੁਰੂ ਵੀ ਚੇਤੇ ਹੈ ਕਿ ਨਹੀਂ ਹੈ। ਜੇ ਨਹੀਂ ਹੈ ਤੇ ਫਿਰ ਅਗਲੀ ਗੱਲ ਕਬੀਰ ਸਾਹਿਬ ਕਹਿੰਦੇ, ਮੇਰੀ ਧਿਆਨ ਨਾਲ ਸੁਣੀ, ਤੂੰ ਭਾਵੇਂ 5 ਏਕੜ ਦੀ ਥਾਂ ਤੇ 20 ਏਕੜ ਵਿੱਚ ਆਪਣਾ ਫਾਰਮ ਹਾਊਸ ਮਹੱਲ ਬਣਾ, ਪਰ ਮਿੱਤਰਾ ਜਿੱਦਣ 4 ਭਰਾਵਾਂ ਨੇ ਤੈਨੂੰ ਆਪਣੇ ਕੰਧੇ ਤੇ ਤੇਰੀ ਅਰਥੀ ਨੂੰ ਲੈ ਕੇ ਜਾਣਾ ਹੈ ਨਾ,
लैके जाना कित्थे? शमशान भूमि तक। उत्थे फिर बाबा कबीर साहब कहंदे भी तू तजर्बा करके वेख लई, वध तो वध तू कबीर साहब जिन्नी 3.5 हाथी भोए घेरेगा। और हुण इत्थों तक विद्वान कहंदे भी बंदे दे कद दे हिसाब नाल ना उहदे हत्थ दी मिनती करके जे देखिया जाए, आ साडे उंगल तो लैके जे मैं भुलदा ना होवां आ साडी अरक तक हत्थ विद्वान कहंदे भी इन्ना ही इहनूं अपने शरीर दे नाल रख के तुसीं मिनो, अपने अपने कद दे मुताबक असीं 3.5 हत्थ शमशान भूमि विच जिहड़ी जमीन भोए संस्कार दे वक्त मलनी वो 2.5 अपने अपने कद काठ मुताबक 3.5। तो बाबा कबीर साहब कहंदे जे कोई बहुता ही उच्चा लम्मा होएगा मान ना करे, घनी तां पौने 4 कर लेगा पर पूरी 4 भी नहीं होनी। बाबा जी कहंदे कबीर कोठे मंडप हेत कर काहे मरो सवार, कारज 3.5 हाथ घनी तां वो बहुता मान करेगा तो खिच धू के 4.25 हो जू, 4 भी नहीं होनी। गरूर मान ना कर। सानू सतगुरु अज अमृत बाणी दे राही सुनिया दे रहे ने, वैगुरु ने सुख सहूलतां दित्तियां ने। इन्हां सुख सहूलतां नूं हंडाउंदियां होइयां वैगुरु परमात्मा अकाल पुरख दा नाम जपीए, उधर अपना ध्यान बनाईए। बाबा कबीर साहब शब्द दे अखीर विच बख्शिश कर रहे ने, कह कबीर ते अंते मुक्ते जिन हिरदै राम रसायन। बाबा कबीर साहब कहंदे ने अंत वेले वो मुक्ते हो गए। केड़े? जिन हिरदै राम रसायन, जिन्हां दे हिरदे विच रसां दा खजाना अकाल पुरख वैगुरु टिक गया है, जिन्हां ने उस रसां दे घर परमात्मा नूं ध्याया है, अंत नूं वो की ने? मुक्ते ने। और मैं अर्ज करया करदा भी जिस दिन असी अपने संसार दी यात्रा पूरी करके इथों शरीर नूं छड्ड के जाना है, पंथ ने हुक्म किया भी फिर साडी अंतम अरदास होवेगी, अंतम। पर हुण असी अंतम तो बाद भी वरीना होर अगां पिछां बड़े इदां दे कर्म शुरू कर ले ने जेड़े सानू चढ़दी कला वाले पासे नहीं बल्कि ढैंदी कला वाले पासे ले जाणगे। आप जी कहोगे भी वरीना कर रहे हैं, असी बाणी दा ही पाठ रखा रहे हैं, तो जिहदे नाल भी ढैंदी कला ही होनी है, तो फिर चढ़दी कला किवें होएगी? चढ़दी कला उदों होनी है जदों असी पंथ दी गल नूं, पंथ दी बनाई मर्यादा नूं मन्नांगे। तो जदों मैं मानी कोई नहीं रहा तो फिर इहदा मतलब भी पंथ दी गल बात मैं कोई नहीं मन्नी, मैं अपनी मन मर्जी करके वरीना शुरू कर लिया, अगां बरसियां शुरू कर लियां, अगां होर कोई नवां पखंड कर लांगे, तो पंथ फिर ढैंदी कला च जाएगा जां चढ़दी कला जाएगा? जे पंथ दी गल मन्नांगे चढ़दी कला तां होनी है, तो जे पंथ दी बरजाई बनाई मर्यादा नूं तार तार करना है तो फिर ढैंदी कला ही है। बाबा कबीर साहब ने बख्शिश की है, वो कहते ने कबीर साहब अंत नूं वो मुक्ते ने। मुक्त ने केड़े? जिन्हां दे हिरदे विच रसां दा मूल स्रोत परमात्मा वस गया, वो मुक्ते ने। बेशक उन्हां दी अंतम अरदास विच नाम ही ना कहा जावे महाराज इन्हां नूं आवा गौण तो मुक्त करियो, पर हकीकी जो ने आर पार जींदे जी कर लिया ना मुक्त होण दा, रब नूं सच्ची मुच्ची हिरदे च वसा लिया। अरदास च भावें शब्द नाम ही गुरु घर दा वजीर लवे भी महाराज मुक्त करियो, पर बाबा कबीर साहब पुष्टि करते ने भी वो मुक्त हो गया है। किवें हो गया जी? क्योंकि उन्हें जींदे जी अकाल पुरख वैगुरु दे नाम नूं अपने हिरदे विच वसाया है। गुरु कृपा करे
ਅਸੀਂ ਵੀ ਜੇ ਉਦਮ ਉਪਰਾਲਾ ਕਰਕੇ ਗੁਰੂ ਕੋਲ ਅਰਦਾਸ ਬੇਨਤੀ ਜੋਦੜੀ ਕਰ ਤਰਲਾ ਲਈਏ, ਵੈਗੁਰੂ ਇਸ ਹਿਰਦੇ ਵਿੱਚ ਤੁਹਾਡਾ ਨਾਮ ਵਸ ਜਾਏ, ਤੋ ਅਵਸ਼ ਬਾਬਾ ਕਬੀਰ ਸਾਹਿਬ ਕਹਿੰਦੇ ਫਿਰ ਇਹ ਆਤਮਾ ਵੀ ਮੁਕਤ ਹੋਏਗੀ, ਪਰ ਹੋਣੀ ਅਕਾਲ ਪੁਰਖ ਵੈਗੁਰੂ ਦੇ ਨਾਮ ਨਾਲ। ਗੁਰੂ ਕਿਰਪਾ ਕਰੇ ਅਸੀਂ ਗੁਰਬਾਣੀ ਦੇ ਲੜ ਲੱਗੀਏ, ਗੁਰਬਾਣੀ ਨੂੰ ਵਾਚੀਏ, ਔਰ ਗੁਰਬਾਣੀ ਜੋ ਕਰਮ ਕਰਨ ਦੀ ਸਾਨੂੰ ਪ੍ਰੇਰਨਾ ਦਿੰਦੀ ਹੈ, ਅਸੀਂ ਉਹਨੂੰ ਪ੍ਰੈਕਟੀਕਲ ਤੌਰ 'ਤੇ ਵੀ ਕਰਨ ਦੇ ਆਪਣੀ ਆਦਤ, ਆਪਣਾ ਸੁਭਾਅ ਬਣਾਈਏ, ਤਾਂ ਜੋ ਸਾਡਾ ਧਰਮ ਮੰਦਰ ਵਿੱਚ ਬਹਿ ਕੇ ਸੁਣਿਆ ਗੁਰੂ ਦਾ ਉਪਦੇਸ਼ ਇਹ ਸਕਾਰਥ ਹੋ ਸਕੇ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।